और ये झुग्गी आज से नहीं, कम से कम 40-50 साल पुरानी झुग्गी है। अच्छा, खाना तो क्या देना, आपका घर भी तोड़ रहे हैं। घर भी तोड़ने के विचार में है। ਤਕਰੀਬਨ ਪਹਿਲੇ ਦਿਨ ਤੋਂ ਜਦੋਂ ਤੋਂ ਲੋਕਡਾਊਨ ਸ਼ੁਰੂ ਹੋਇਆ, ਅਸੀਂ ਪਹਿਲੇ ਦਿਨ ਤੋਂ ਪਹਿਲੇ ਲੰਗਰ ਦੀ ਸੇਵਾ ਚੱਲਦੀ ਰਹੀ। ਡੇਲੀ 10 ਤੋਂ 15,000 20,000 ਜਿੰਨਾ ਸਾਡੇ ਤੋਂ ਹੋ ਸका ਆਪਣੇ ਸਾਥੀਆਂ ਦਾ ਸਹਿਯੋਗ ਨਾਲ ਅਸੀਂ ਉਹ ਵੰਡਦੇ ਰਹੇ। एक पास से केंद्र सरकार कहता है कि प्रवासी मजदूरों को बिना राशन कार्ड के जो है कि राशन देंगे 2 महीने का, और यहाँ पे लुधियाना के अंदर हमारे यूपी बिहार से जो प्रवासी मजदूर है जिनका नीला कार्ड बना हुआ है, हजारों के संख्या में कांग्रेस सरकार भेदभाव करके उसको कैंसिल कर दिया है। ਸਾਨੂੰ ਸਰਕਾਰ ਵੱਲੋਂ ਜਿਹੜੀ ਕੈਪਟਨ ਸਾਹਿਬ ਦੀ ਕਿੱਟ ਸੀਗੀ ਉਹ 200 ਬੋਰੀ ਮਿਲੀ। ਉਸ ਤੋਂ ਇਲਾਵਾ 300 ਕਿੱਟ ਸਾਨੂੰ ਇੱਕ ਹੋਰ ਮਿਲੀ, ਐਮਐਲਏ ਸਾਹਿਬ ਨੇ ਉਹ ਸਾਨੂੰ ਦਵਾਈ। ਟੋਟਲ 500 ਕਿੱਟ ਸਾਨੂੰ ਮਿਲੀ ਸਰਕਾਰ ਵੱਲੋਂ। ਉਸ ਤੋਂ ਇਲਾਵਾ 1200 ਪਰਿਵਾਰਾਂ ਨੂੰ ਜਿਹੜਾ ਅਸੀਂ ਖੁਦ ਆਪਣੇ ਸਾਥੀਆਂ ਦੇ ਸਹਿਯੋਗ ਨਾਲ, ਐਮਐਲਏ ਸਾਹਿਬ ਦੇ ਸਹਿਯੋਗ ਨਾਲ, ਟੋਟਲ 1700 ਪਰਿਵਾਰਾਂ ਨੂੰ, ਪਰ ਪਰਸਨ ਨਹੀਂ 1700 ਪਰਿਵਾਰਾਂ ਨੂੰ ਜਿਨੇ ਜਿਨੇ ਸਾਡੇ को आके डिमांड की ਅਸੀਂ लिखा उन्होंने दिता। लेकिन डिपो होल्डर और जो यहाँ का एरिया का जो इंस्पेक्टर है, फूड सप्लाई इंस्पेक्टर, उनसे जब बात होती है वो कहते हैं कि आपका कार्ड कैंसिल हो गया है, हम कुछ भी नहीं उसमें कर सकते हैं। इस तरीके का पंजाब सरकार मजदूरों के साथ और प्रवासी लोगों के साथ भेदभाव कर रही है। तकरीबन साडा ਜਿਹੜਾ ਲੰਗਰ ਦੇ ਵਿੱਚ ਤੇ ਜਿਹੜਾ ਇਹਦੇ ਵਿੱਚ ਆਪਣਾ ਰਾਸ਼ਨ ਦੇ ਵਿੱਚ ਸਾਡਾ 18 ਤੋਂ 20 ਲੱਖ ਰੁਪਏ ਜਿਹੜਾ ਪਰਸਨਲ ਖਰਚਾ ਆਇਆ ਉਹਦੇ ਵਿੱਚ। 18 ਤੋਂ 20 ਲੱਖ ਦਾ ਖਰਚਾ ਆ ਗਿਆ ਤੇ ਲੋਕ ਤਾਂ ਵੀ ਰੋ ਰਹੇ ਨੇ। उनकी घरवाली काउंसलर है गौरव भट्टी और इलाका विधायक संजय तलवार। ये मैं आपको कहना चाहता हूं कि मजदूर विरोधी और गरीब विरोधी, इनको जो है कि गरीब और मजदूर इंसान नजर नहीं आता है। ਤੁਸੀਂ 1905 ਦੀ ਮੈਂ ਤੁਹਾਨੂੰ ਡਿਟੇਲ ਕਰਾ ਦਾਂਗਾ। ਘੱਟ ਤੋਂ ਘੱਟ 5 ਤੋਂ 10,000 ਬੰਦੇ ਨੂੰ ਤਾਂ ਉਹਨਾਂ ਨੇ ਰਾਸ਼ਨ ਦੇ ਦਿੱਤਾ ਹੋਣਾ ਜਿਹੜਾ ਇਸ ਏਰੀਏ ਦੇ ਵਿੱਚ। जो कोई इसकी बात नहीं मानता है, इलाका पार्षद की बात, उसका राशन कार्ड कैंसिल करवा देना, उसका वोटर कार्ड कैंसिल करवा देना, उसको ये कह देना कि मैं उसका घर तोड़वा दूंगा। इस तरीके का वातावरण बनी हुई है। सरकारी आंकड़ा है कि 4 लाख राशन की किट्स बांटी गई है, वो झूठ है आपके हिसाब से? कट्टर कांग्रेस हम है यूपी से लेके, और इसीलिए हमने अपनी वोट कांग्रेस को डाली थी कि हमारा आशियाना या हमारे भूखे पेट, हमारे बच्चों को अच्छी शिक्षा या और सरकारी सुविधा हमको दिलाएं। लेकिन हमारे विधायक जी ने और हमारे पार्षद साहब ने हमारी अपनी शर्तों पे हमारे खरे नहीं उतरे हैं। बहुत ਵੱਡੀ ਦੱਸ ਦਿੱਤੀ। 18 ਤੋਂ 20 ਲੱਖ ਰੁਪਏ ਦੇ ਵਿੱਚ ਕਿੰਨੇ ਲੋਕਾਂ ਦਾ ਢਿੱਡ ਭਰਿਆ ਜਾ ਸਕਦਾ ਹੈ? लुधियाना में हजारों परिवारों का जो राशन कार्ड बना है वो घोटाला किया जा रहा है, जो केंद्र से राशन आ रहा है। ਜੇ ਕਿਸੇ ਵਿਅਕਤੀ ਦੀ ਐਡੀ ਮਦਦ ਹੋ ਗਈ, 18 ਤੋਂ 20 ਲੱਖ ਰੁਪਏ ਲੱਗ ਗਿਆ ਲੋਕਾਂ ਨੂੰ ਰੋਟੀ ਪਹੁੰਚਾਉਣ ਦੇ ਵਿੱਚ, ਲੋਕਾਂ ਨੂੰ ਤੁਸੀਂ 2 BHK ਫਲੈਟਸ ਦੇ ਰਹੇ ਹੋ ਝੁੱਗੀਆਂ ਤੋਂ ਕੱਢ ਕੇ, ਇਹ ਤਾਂ ਬੜੀ ਚੰਗੀ ਗੱਲ ਹੈ। ਤੁਹਾਡੇ ਤਾਂ ਗੁਣ ਗਾਣੇ ਚਾਹੀਦੇ ਨੇ। ਲੋਕ ਤਾਂ ਵੀ ਗਾਲਾਂ ਕੱਢ ਰਹੇ ਨੇ। ਦੇਸ਼ ਅਤੇ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਨਾਮ ਦੀ ਮਹਾਮਾਰੀ ਨੇ ਹਾਲਾਤ ਬਦ ਤੋਂ ਬੱਤਰ ਕਰ ਦਿੱਤੇ। ਆਮ ਜਨ ਜੀਵਨ ਪ੍ਰਭਾਵਿਤ ਹੋਇਆ, ਕੰਮਕਾਰ ਠੱਪ ਹੋ ਗਿਆ, ਯਾਤਾਯਾਤ ਦਾ ਸਾਧਨ ਬੰਦ ਹੋ ਗਿਆ, ਪਰ ਹੌਲੀ-ਹੌਲੀ ਪਟੜੀ ਤੋਂ ਉਤਰੀ ਜ਼ਿੰਦਗੀ ਮੁੜ ਤੋਂ ਲੀਹਾਂ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਅਸੀਂ ਲੁਧਿਆਣਾ ਸ਼ਹਿਰ ਦੀ ਰਾਜੀਵ ਗਾਂਧੀ ਕਲੋਨੀ ਦੇ ਨੇੜੇ ਮੌਜੂਦ ਆ। ਫੋਕਲ ਪੁਆਇੰਟ ਏਰੀਆ ਦੱਸਿਆ ਜਾ ਰਿਹਾ ਹੈ। ਇੱਥੇ ਅਸੀਂ ਇੱਕ ਮਕਸਦ ਦੇ ਨਾਲ ਆਏ ਹਾਂ, ਕਿਉਂਕਿ ਸਰਕਾਰੀ ਆંકੜਾ ਇਹ ਕਹਿ ਰਿਹਾ ਹੈ ਕਿ ਜਦੋਂ ਲੋਕਡਾਊਨ ਹੋਇਆ, ਜਦੋਂ ਇਹ ਮਹਾਮਾਰੀ ਫੈਲੀ, ਤਾਂ ਗਰੀਬ, ਲਾਚਾਰ ਤੇ ਮਜਬੂਰ ਲੋਕਾਂ ਦੀ ਮਦਦ ਕੀਤੀ ਗਈ ਪ੍ਰਸ਼ਾਸਨ ਦੇ ਵੱਲੋਂ। ਇੱਕ ਆંકੜਾ ਸਾਂਝਾ ਕੀਤਾ ਗਿਆ ਕਿ ਲੁਧਿਆਣਾ ਦੇ 4 ਲੱਖ ਗਰੀਬ ਪਰਿਵਾਰਾਂ ਤੱਕ ਰਾਸ਼ਨ ਦੀਆਂ ਕਿਟਸ ਪਹੁੰਚਾਈਆਂ ਗਈਆਂ। ਤਾਂ ਕੋਸ਼ਿਸ਼ ਕਰਾਂਗੇ ਜਾਣਨ ਦੀ ਕਿ ਇਸ ਆંકੜੇ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਸੱਚਾਈ ਕੀ ਹੈ, ਹਕੀਕਤ ਕੀ ਹੈ। ਤੇ ਅੱਜ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਡੇ ਤੱਕ ਇਸ ਕਰਕੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਰ ਵੇਲੇ ਜਦੋਂ ਵੀ ਕਿਸੇ ਵਿਅਕਤੀ ਦੇ ਨਾਲ, ਕਿਸੇ ਮਜਬੂਰ ਪਰਿਵਾਰ ਦੇ ਨਾਲ, ਕਿਸੇ ਮਾਯੂਸ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਸ਼ਿਕਾਇਤ ਕਰਦਾ ਹੈ ਕਿ ਪ੍ਰਸ਼ਾਸਨ ਝੂਠਾ ਹੈ, ਪ੍ਰਸ਼ਾਸਨ ਝੂਠ ਬੋਲ ਰਿਹਾ ਹੈ, ਸਾਡੇ ਤੱਕ ਰੋਟੀ ਨਹੀਂ ਪਹੁੰਚੀ। ਇਸੇ ਸੱਚ ਨੂੰ ਅੱਜ ਖੰਗਾਲਣ ਦੀ ਕੋਸ਼ਿਸ਼ ਕਰਾਂਗੇ, ਲੋਕਾਂ ਦੇ ਨਾਲ ਗੱਲਬਾਤ ਕਰਨ ਦੀ। ਇਹਨਾਂ ਵਿੱਚੋਂ ਬਹੁਤ ਸਾਰੇ ਪ੍ਰਵਾਸੀ ਨੇ ਜਿਹੜੇ ਪੰਜਾਬ ਤੋਂ ਬਿਲੋਂਗ ਨਹੀਂ ਕਰਦੇ, ਕੋਈ ਯੂਪੀ ਤੋਂ ਆਇਆ, ਕੋਈ ਕਿਸੇ ਹੋਰ ਜਗ੍ਹਾ ਤੋਂ ਆਇਆ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਕਿੰਨੀ ਕੁ ਮਦਦ ਇਹਨਾਂ ਦੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। 4 ਲੱਖ ਰਾਸ਼ਨ ਦੀਆਂ ਕਿੱਟਾਂ ਵੰਡਣ ਦਾ ਸੱਚ ਅਸੀਂ ਖੰਗਾਲਣ ਦੀ ਕੋਸ਼ਿਸ਼ ਕਰ ਰਹੇ हैं। ਜਿਹੜੇ दावे ने वो कुछ और बयान कर रहे हैं पर सच्चाई कुछ हो रहा है। क्या नाम है आपका? प्रदीप कुमार। यहीं के रहने वाले हो? हाँ जी। वैसे कहाँ से हो? पंजाब से तो नहीं, बिहार से। बिहार से। हाँ जी। घर में कितने बच्चे हैं? 4। 4 बच्चे। काम क्या करते थे? लेबर का काम करते हैं। तो अब जब
जब ये कोरोना वायरस के कारण ये कर्फ्यू लगा, लॉकडाउन हो गया था तो काम बंद हो गया था, लेबर अभी तक नहीं काम हो रहा। काम नहीं मिला। नहीं, सरकार कह रही है कि हमने हर गरीब के घर, हर जो जरूरतमंद है उसके घर राशन पहुंचाया है। सभी को राशन नहीं मिला है, जिसको कई को 2-2 4-4 बार मिला है, कई को एक बारी भी नहीं मिला। आपको मैंने 3-4 बार फोन किया पर एक बारी भी नहीं मिला। तो बच्चे हैं, 4 बच्चे हैं घर में, हाँ तो जी। भूखे रहे, नहीं, जैसे तैसे करके खाए, घर से पैसे मंगा के खाए। कर्जा लिया, हाँ जी, हाँ जी, पैसे एक दूसरे से मांगे। हाँ जी, हाँ जी। किससे मांगे? कुछ घर से ले आए, कुछ यहाँ राशन उधारी, लालच उधारी लिए हैं। बच्चों की क्या उम्र है? बच्चों का एक बड़ा वाला का 15 साल है, वह सबसे छोटी लड़की को 8-9 साल की है। 8-9 साल। हाँ जी। जब रोटी नहीं पकती थी घर पे तो बच्चे शिकायत नहीं करते हैं, शिकायत करते हैं कि वो खाना नहीं है, तो किसी तरह फिर उधारी राशन लेते थे, किसी तरह बात सोच सुन के। अब काम तो मिला नहीं होगा, नहीं, कैसे कर रहे हो, गुजारा कैसे? अभी गुजारा घर पैसे उधारी राशन लेके खा रहे हैं कि काम उम चलेगा तो देंगे पैसे। जहाँ काम करते थे उनसे नहीं मांगे? वहाँ यहाँ काम कर रहे थे, दिहाड़ी कर रहे हैं, तो दिहाड़ी में क्या देंगे, कुछ भी नहीं। ठेकेदार ने मना कर दिया। ठेकेदार ने? हाँ जी, वो तो कह रहे हैं जो काम करेगा फिर पैसे मिलना है, नहीं काम है तो फिर क्या आएगा पैसे। पंजाब आके खुश हो? बिहार छोड़ के आए हो, अपना स्टेट छोड़ के यहाँ आए हो परिवार के साथ, यहाँ खुश हो? नहीं, अभी तो दुखी हैं, पहले काम उम कर रहे थे तो ठीक था। तो आप बिहार जाने का, वापस जाने का नहीं सोचा? ट्रेन शुरू हुई थी, बसेस शुरू हुई थी। मैं ये सोच रहा था कि चलो अब चल पड़ेगा काम, अब चल पड़ेगा, बस इसी सोच के अभी तक है। अब दिल करता है वापस जाने का? नहीं, अभी भी यही आशा लगाए हैं कि काम चल पड़ेगा तो काम करेंगे। यही बच्चे स्कूल में पढ़ते हैं, तो सरकारी स्कूल में। आपके साथ के और भी लोग हैं, और भी परिवार है जिनको राशन नहीं मिला या जिनको मदद नहीं मिली? आप हो, आपको भी नहीं मिला? नहीं नहीं, मेरा नाम परवेश कुमार है, मैं यूपी सहारनपुर का रहने वाला हूँ। और मेरी जो फैमिली है, 4 बच्चे और 2 मियाँ बीवी हम हैं। और मैं भी लेबर का ही काम करता था, ठेकेदार में था। जब ठेकेदार ने बोल दिया कि लॉकडाउन हो गया है, मालिक हमको नहीं दे रहा है तनख्वाह पैसा, तो हमको भी नहीं मिला है। उसके ज़रिए हम बहुत धक्के भी खाए हैं, 3-3 4-4 दिन यहाँ लाइन में भी लगे हैं, तब भी हमें डंडे मार के बाहर सरकार ने भेज दिया। किसने मारे डंडे, किसने मारे? पुलिस वालों ने मारे। क्यों मारे? अब लाइन में भीड़ लग जाता है तो प्रशासन तो कहता है दूरी बना के रखो, दूरी बना के रखो। दूरी कहाँ तक बनाएंगे? बच्चे जब खाएंगे नहीं, पिएंगे तो कैसे बनाएंगे दूरी? दूसरा, हम यहाँ झुग्गी में रहते हैं, कभी ही आ जाते हैं बुलडोजर लेके, कहते हैं कि तुम्हारा ये अवैध कब्जा है, तोड़ेंगे। अब इस लॉकडाउन में अगर झुग्गी टूट जाएगी तो हमारा क्या आसरा होगा? कौन कहता है झुग्गी तोड़ेंगे? कभी काउंसलर साहब भी आ जाते हैं, कभी सरकारी तमका लेके भी आ जाते हैं, कई बंदे आ गए हैं। काउंसलर कौन है यहाँ का? गौरव भट्टी कांग्रेस जी। और ये आज का नहीं, तो पूछो आप, अगर हमारी झुग्गी तोड़ दोगे हम रहेंगे कहाँ? ये कई बार हो लिया, कई बार हमने खड़ा भी हो के यहाँ उनको पूछा भी है। वो बोलते हैं फ्लैट मिलेंगे। फ्लैट अगर मैडम हमारे पास फ्लैट लेने का खुले खुले होके खड़े। पैसा होगा तो हम काहे झुग्गी में रहेंगे? झुग्गी हमारा घर है, हमने खून पसीने से एक ईंटा यहाँ कर करके बनाया है। अगर यही सरकार हमें कहीं जगह अलाउड कर दे, जैसे दिल्ली में किया है झुग्गी को, वहीं के वहीं स्थायी रूप में, और ये झुग्गी आज से नहीं, कम से कम 40-50 साल पुरानी झुग्गी अच्छा, है। खाना तो क्या देना, आपका घर भी तोड़ रहे हैं? घर भी तोड़ने के विचार में है। आप भी यहीं के रहने वाले हो? हाँ, मैं उत्तर प्रदेश गोरखपुर से, और 1990 से यहाँ राजीव गांधी कॉलोनी में रहता हूँ। ठीक है। मैं आपके चैनल के माध्यम से पंजाब सरकार और केंद्र सरकार को जो मजदूरों के साथ घिनौना इन लोगों ने जो करतूत करते हैं वो उजागर करना चाहता हूं। एक पासे केंद्र सरकार कहता है कि प्रवासी मजदूरों को बिना राशन कार्ड के जो है कि राशन देंगे 2 महीने का, और यहाँ पे लुधियाना के अंदर हमारे यूपी बिहार से जो प्रवासी मजदूर है जिनका नीला कार्ड बना हुआ है, हजारों के संख्या में कांग्रेस सरकार भेदभाव करके उसको कैंसिल कर दिया है। हजारों परिवार को जो है कि मैं ये साबित आपको कर दूंगा आपके चैनल के माध्यम से, उन परिवारों से आपको मिला दूंगा
जिनका नीला कार्ड जो है कि बना हुआ राशन कार्ड को, और जब 1905 पर बुकिंग करते हैं तो उस पर मैसेज आता है कि आपका नीला कार्ड है, इसलिए आपको ये सुविधा नहीं मिल सकता है। आप अपने डिपो पर जो है कि राशन लीजिए, लेकिन डिपो होल्डर और जो यहाँ का एरिया का जो इंस्पेक्टर है, फूड सप्लाई इंस्पेक्टर, उनसे जब बात होती है वो कहते हैं कि आपका कार्ड कैंसिल हो गया है, हम कुछ भी नहीं उसमें कर सकते हैं। इस तरीके का पंजाब सरकार मजदूरों के साथ और प्रवासी लोगों के साथ भेदभाव कर रही है। दूसरा, इस एरिया का काउंसलर और विधायक इस लॉकडाउन के अंदर लोगों को जो है कि रोटी बड़ी मुश्किल से नसीब हो रही है, अपना घर परिवार चलाना, और राजीव गांधी कॉलोनी में लोग 50 साल से बसे हुए हैं। आप देख लीजिए, पक्का मकान है और उसको लगातार फैक्ट्री मालिकों से ये लोग जो है मिलकर इन गरीबों का जो है कि आशियाना को उजाड़ने पर काउंसलर और इलाका जो है कि पार्षद नाम बताइए। गौरव भट्टी उनकी घरवाली कांग्रेस के उनकी घरवाली काउंसलर है गौरव भट्टी, और इलाका विधायक संजय तलवार। ये मैं आपको कहना चाहता हूं कि मजदूर विरोधी और गरीब विरोधी, इनको जो है कि गरीब और मजदूर इंसान नज़र नहीं आता है। मैं आपके चैनल से फिर मांग करता हूं, ये बात हम दिल्ली तक लेकर जाएंगे, खाद्य मंत्री रामविलास पासवान तक लेकर जाएंगे। अगर ये पंजाब सरकार प्रवासी मजदूरों के साथ अत्याचार इस तरह के करेगा, राशन नहीं मिलेगा, तो एक बड़ा आंदोलन खड़ा करेंगे प्रवासियों को इकट्ठा करके। और मैं हज़ारों पर आपके चैनल के माध्यम से बताता हूं कि लुधियाना में हज़ारों परिवारों का जो राशन कार्ड बना है वो घोटाला किया जा रहा है। जो केंद्र से राशन आ रहा है उसको मैं मांग करता हूं अपने यूपी बिहार के लोगों के तरफ से कि सीबीआई जांच किया जाए। ये बहुत बड़ा घोटाला है कैप्टन सरकार में। मतलब मजाक को घिनौना मजाक हो रहा है। ये बिल्कुल घिनौना मजाक हो रहा है मजदूरों के साथ। मैं आपके चैनल से मांग करना चाहता हूं कि जिन लोगों को जो है कि नीला राशन कार्ड ये फूड सप्लाई इंस्पेक्टर कह रहे कि कैंसिल है, इलाका पार्षद कहता है कि कैंसिल है, इसके इशारे पे जो कोई इसकी बात नहीं मानता है, इलाका पार्षद की बात, उसका राशन कार्ड कैंसिल करवा देना, उसका वोटर कार्ड कैंसिल करवा देना, उसको ये कह देना कि मैं उसका घर तोड़वा दूंगा। इस तरीके का वातावरण बनी हुई है, धमकी दे रहे हैं। मैं आपके माध्यम से कहना चाहता हूं कि कम से कम जिनका राशन कार्ड बना हुआ उनको फौरी तौर पर जो है कि राशन दिया जाए। और जो केंद्र सरकार की स्कीम है कि उन प्रवासी मजदूरों को जिनका राशन कार्ड नहीं है उनको भी 2 महीने का मिलेगा, वो भी जो है कि एक भी परिवार को नहीं मिला है। पूरे लुधियाना में आप सर्वे कर लीजिए, वो फौरी तौर पर सभी प्रवासी मजदूरों को जो है कि नहीं राशन कार्ड है तो भी उनको जो है कि वो केंद्र तो सरकारी आंकड़ा है कि 4 लाख राशन की किट्स बांटी गई है, वो झूठ है आपके हिसाब से? नहीं मैडम, मैं आपकी आप मुझे बताइए, लुधियाने का जो है कि प्रवासी मजदूरों का संख्या 18-20 लाख का है। 18-20 लाख मजदूरों में से अगर जो मुझे नहीं पता कि वो 4 लाख बांटे हैं कि नहीं बांटे हैं, 1905 पर कुछ बटा है, कुछ लोगों को मिला है, ऐसा नहीं है। लेकिन जो अगर 20 लाख की आबादी में 20 लाख की आबादी में अगर उनको कितना परसेंटेज होता है, मुझे आप ये बताइए। यहाँ पर जो 20 लाख प्रवासी मजदूर रहते हैं उनमें से अगर 4 को मिला, 16 लाख को तो मिला ही नहीं है। यहाँ पर पूछ लिए इतने लोग हैं। इसलिए मैं आपसे अनुरोध करता हूँ आपके चैनल से कि फौरी तौर पर जो है कि मजदूर गरीबों को राशन मिले, जिनका राशन कार्ड कैंसिल किया गया है उनको भी तुरंत मिले, और जिनका नहीं है उनको भी जो केंद्र का 2 महीने का है बिना कार्ड का। और एक पास से खाद्य मंत्री जी वन पेंशन की राशन की बात करते हैं, कैसे होगा इस बात को? ਇਹ ਤਸਵੀਰਾਂ, ਇਹ ਚਿਹਰੇ ਤੁਸੀਂ ਦੇਖ ਸਕਦੇ ਹੋ। ਇਹਨਾਂ ਦੇ ਨਾਲ ਜਿਹੜੇ ਕੋਝੇ ਮਜ਼ਾਕ ਕੀਤੇ ਗਏ ਨੇ, ਘਿਨੌਣੇ ਮਜ਼ਾਕ ਕੀਤੇ ਗਏ ਨੇ, ਉਹ ਬਿਆਨ ਇਹ ਆਪਣਾ ਦਰਦ ਕਰ ਰਹੇ ਨੇ। ਤੁਹਾਨੂੰ ਵੀ ਨਹੀਂ ਮਿਲਿਆ ਰਾਸ਼ਨ? नहीं जी, मेरे को भी नहीं मिला। मेरा चलो मास्टर, मैं 2 बार मैं बुक भी कर चुका हूँ, पर फिर भी नहीं मेरे को राशन मिला हुआ। अगर वो मेरा चेहरा देखना चाहते हैं तो चेहरे की भी कोई बात नहीं है, ये मेरा मैसेज है। मेरे को 2 बार ही मतलब मैं बुक कर चुका हूँ, पर फिर भी मेरे को राशन नहीं मिला हुआ। अब मैं उसके लिए परिवार कहाँ के हो वैसे? कहाँ के हो? मैं वैसे गोरखपुर का रहने वाला हूँ। हाँ जी। सारा परिवार समेत यहाँ आए हो? नहीं, हम सिर्फ 2, हमारा एक बच्चा है, एक हम हैं, बस 2 लोग। बच्चा कितने साल का है? बच्चा है मेरा 16 साल का है। 16 साल का बच्चा है आपका। वो क्या करता है? वो कुछ नहीं करता, अभी बेला ही है, घर पे ही है। तो ये जो लॉकडाउन का समय था, आप कह रहे हो कि काम भी चला गया, खाना भी नहीं मिला, तो कैसे बिताए?
ये अब यार दोस्तों से इधर उधर से पकड़ पकड़ के हम लोग किसी तरह टाइम पास किए हैं। तो फिर हमने वोट डाल डाल के सरकार किस लिए बनाई है? अब हमने वोट ही नहीं डालना है। हमारा वोटर कार्ड लुधियाना का है, पर हमने वोट किसी को नहीं मानना है। सीधा हिसाब है। वोट मारने का हमारा फायदा क्या है जब भी कोई बेनिफिट नहीं है तो? आप सभी का यही कहना कि वोट नहीं डालनी है? सिर्फ मेरा कहना है। आप हमें वोट नहीं डालना है। नहीं डालना। आज के कांग्रेस को तो डालना ही नहीं है। तो डालना नहीं है। नहीं, कांग्रेस को तो डालना नहीं है, क्योंकि हमने कांग्रेस को सोचा था गरीब पार्टी। हम खुद गरीब पार्टी, खास कांग्रेस का कट्टर कांग्रेसी हम है यूपी से लेके, और इसीलिए हमने अपनी वोट कांग्रेस को डाली थी कि हमारा आशियाना या हमारे भूखे पेट, हमारे बच्चों को अच्छी शिक्षा या और सरकारी सुविधा हमको दिलाएं। लेकिन हमारे विधायक जी ने और हमारे पार्षद साहब ने हमारी अपनी शर्तों पे हमारे खरे नहीं उतरे हैं। फ्रेम किया आपके? जी तो आपको मिला? नहीं, कुछ भी नहीं। हम लेने गए नहीं है। उम्मीद ही नहीं थी। हमें उम्मीद नहीं है कि राशन मिलेगा उसका। यहाँ के जब हमारा घर ही उजाड़ने के चक्कर में है तो हम राशन क्यों लें उनका। ਅੱਛਾ, ਵੱਡਾ ਸਵਾਲ ਇੱਥੇ ਖੜਾ ਹੋ ਰਿਹਾ ਕਿ ਜੇ ਪ੍ਰਸ਼ਾਸਨ ਰੋਟੀ ਨਹੀਂ ਦੇ ਸਕਦਾ, ਜੇ ਰਾਸ਼ਨ ਦੀ ਮਦਦ ਨਹੀਂ ਕਰ ਸਕਦਾ, ਤੇ ਘਰ ਤੋੜਨ ਦੀ ਗੱਲ, ਇਹਨਾਂ ਦੇ ਛੋਟੇ-ਛੋਟੇ ਆਸ਼ਿਆਨੇ ਬਣੇ ਹੋਏ ਨੇ, ਉਹਨਾਂ ਨੂੰ ਤੋੜਨ ਦੀ ਧਮਕੀਆਂ ਲਗਾਤਾਰ ਇਲਾਕੇ ਦੇ ਕੌਂਸਲਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਇਹ ਚਿਹਰੇ ਤੁਸੀਂ ਦੇਖ ਸਕਦੇ ਹੋ, ਇਹਨਾਂ ਚਿਹਰਿਆਂ ਤੇ ਲਾਚਾਰੀ ਹੈ। ਇਹ ਮਾਸੂਮ ਚਿਹਰੇ ਜਿਹੜੇ ਹਰ ਵੇਲੇ ਉਡੀਕ ਕਰਦੇ ਨੇ, ਮਦਦ ਦੀ ਉਡੀਕ ਕਰਦੇ ਨੇ, ਪਰ ਇਹਨਾਂ ਦੀ ਮਜਬੂਰੀ ਨੂੰ ਸਮਝਣ ਵਾਲੀ ਸਰਕਾਰਾਂ। ਅੱਜ ਤੁਸੀਂ ਕੁਝ ਕਹਿ ਰਹੇ ਸੀ? हाँ, बच्चे जब रोटी नहीं खा पाई हैं तो भूखे मर रही हैं, और इसी में आके घर उजाड़ा थी। सरकार में बैठा रही, सरकार के वोट देते हैं, अब किसी को नहीं देना है। भूखे जब मरब तो कोई आवे तो किसी को नहीं वोट देना है। हाँ, आपके घर में कितने बच्चे हैं? हमारे घर में है 5 परिवार, एक छोटी सी नन्ही सी बच्ची है। ठीक है, वो जब दूध के लिए रोती थी तब कैसे देते थे उसको? क्या करी, पानी चीनी घोर के पिलाता है, क्या करी जाए। कैसे तो बच्चे के तो पालना है, जियाना है। राशन लेवे जात भट्टी कहता है मैं थाने में दे दिया, इधर दे दिया, उधर दे। कहीं जात डंडा खाओ, राशन नहीं मिला तो बा। अंडे भी मारे हैं आपको? हमको नहीं मारे, लोग के मारे, लोग मर गए भूखे फसरी लगाए के बच्चे के कारण। क्या कर जाए। ਤਾਂ ਮੈਨੂੰ ਨਹੀਂ ਲੱਗਦਾ ਇੱਥੇ ਹਲੇ ਸਾਨੂੰ ਕੁਝ ਕਹਿਣ ਦੀ ਲੋੜ ਹੈ। ਇਹਨਾਂ ਨੇ ਜਿਹੜਾ ਆਪਣਾ ਦਰਦ ਬਿਆਨ ਕੀਤਾ, ਆਪਣਾ ਦੁੱਖ ਬਿਆਨ ਕੀਤਾ, ਮੈਂ ਪਹਿਲਾਂ ਵੀ ਕਿਹਾ ਸੀ, ਗਰੀਬ ਹੋਰ ਗਰੀਬ ਹੋ ਰਿਹਾ ਹੈ, ਲਾਚਾਰ ਹੋਰ ਲਾਚਾਰ ਹੋ ਰਿਹਾ ਹੈ, ਮਾਯੂਸ ਹੋਰ ਮਾਯੂਸ ਹੋ ਰਿਹਾ ਹੈ। ਦੇਸ਼ ਦੇ ਹਾਲਾਤ ਸੁਧਰ ਨਹੀਂ ਰਹੇ, ਦੇਸ਼ ਦੇ ਹਾਲਾਤ ਹੋਰ ਵੀ ਵਿਗੜ ਰਹੇ ਨੇ। ਸਰਕਾਰੀ ਆંકੜਿਆਂ ਦੀ ਪੋਲ ਖੋਲਣ ਦੇ ਲਈ ਅੱਜ ਅਸੀਂ ਬਾਹਰ ਆਏ ਹਾਂ, ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਡੇ ਤੱਕ ਪਹੁੰਚਾਉਣ ਆਏ ਹਾਂ ਕਿ ਸਰਕਾਰ ਕਹਿ ਰਹੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਲੋਕਾਂ ਤੱਕ ਰਾਸ਼ਨ ਦੀਆਂ 4 ਲੱਖ ਕਿਟਸ ਪਹੁੰਚੀਆਂ ਨੇ, ਤੇ ਉਹ ਕਿੱਥੇ ਗਈਆਂ? ਜੇ 4 ਲੱਖ ਕਿਟਸ ਵੰਡੀਆਂ ਗਈਆਂ ਨੇ ਤਾਂ ਕਿਸੇ ਦੇ ਮੂੰਹ ਤਾਂ ਰਾਸ਼ਨ ਲੱਗਿਆ ਹੋਏਗਾ। ਜਿਹਦੇ ਕੋਲ ਪੁੱਛੋ ਕਹਿੰਦਾ ਹੈ ਕਿ ਇੱਕ ਵਾਰ ਵੀ ਰਾਸ਼ਨ ਨਹੀਂ ਮਿਲਿਆ, ਤੇ ਉੱਤੋਂ ਰੋਟੀ ਤਾਂ ਦੇਣੀ ਦੂਰ ਦੀ ਗੱਲ, ਇਹਨਾਂ ਦੇ ਆਸ਼ਿਆਨੇ ਜਿਹੜੇ ਨੇ, ਇਹਨਾਂ ਦੇ ਘਰ ਤੋੜਨ ਦੀ ਧਮਕੀਆਂ ਲਗਾਤਾਰ ਇਲਾਕੇ ਦੇ ਕੌਂਸਲਰ ਵੱਲੋਂ ਮਿਲ ਰਹੀਆਂ ਨੇ। ਇਸ ਦਾ ਜਵਾਬ ਦੇਵੇ ਇਲਾਕਾ ਕੌਂਸਲਰ ਵੀ, ਤੇ ਇਸ ਦਾ ਜਵਾਬ ਦੇਵੇ ਪ੍ਰਸ਼ਾਸਨ ਕਿ ਇਹਨਾਂ ਦੀ ਮਦਦ ਕਰਨੀ ਹੈ ਜਾਂ ਇਹਨਾਂ ਨੂੰ ਸੜਕਾਂ ਤੇ ਲੈ ਕੇ ਆਣਾ ਹੈ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ। ਤਾਂ ਵਾਰਡ ਨੰਬਰ 23 ਦੇ ਕੌਂਸਲਰ ਗੌਰਵ ਪੱਟੀ ਤੇ ਕੁਝ ਇਲਜ਼ਾਮ ਲਗਾਏ ਸੀ ਪ੍ਰਵਾਸੀਆਂ ਨੇ ਜਾਂ ਉੱਥੇ ਦੇ ਜਿਹੜੇ ਵਸਨੀਕ ਨੇ ਕਿ ਇੱਕ ਤਾਂ ਸਾਡੇ ਤੱਕ ਰਾਸ਼ਨ ਨਹੀਂ ਪਹੁੰਚਿਆ ਇਸ ਲੋਕਡਾਊਨ ਦੇ ਦੌਰਾਨ, ਤੇ ਦੂਸਰਾ ਉਹਨਾਂ ਤੋਂ ਜ਼ਬਰਦਸਤੀ ਸਾਈਨ ਕਰਵਾਏ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਝੁੱਗੀਆਂ ਨੇ, ਝੌਂਪੜੀਆਂ ਨੇ, ਉਹਨਾਂ ਨੂੰ ਤੋੜਨ ਦੇ ਲਈ। ਨਮਸਕਾਰ ਮੈਮ। ਪਹਿਲੀ ਗੱਲ ਤਾਂ ਜਦੋਂ ਜਿਹੜੀ ਇਹ ਝੁੱਗੀਆਂ ਨੇ ਇਹ ਡਬਲ ਰੋਡ ਨਿਕਲ ਰਹੀ ਹੈ, ਇਹਦੇ ਵਿੱਚ ਸਾਰੀ ਤਕਰੀਬਨ ਜਿਹੜੇ ਵਿਸ਼ਵਨਾਥ ਤੋਂ ਸਨਾਤਨ ਮੰਦਰ ਤੱਕ ਰੋਡ ਆ, ਸਾਰੇ ਉਹ ਰੋਡ ਦੇ ਵਿੱਚ ਆ ਰਹੇ ਨੇ ਤਕਰੀਬਨ ਕਾਫੀ ਪਰਿਵਾਰ। ਅਸੀਂ ਉਹਨਾਂ ਨੂੰ, ਉਸ ਪਰਿਵਾਰਾਂ ਨੂੰ ਜਿਹੜੇ ਸਾਰੀ ਉਮਰ ਮਾਲਿਕ ਨਹੀਂ ਬਣ ਪਾਏ, ਉਹਨਾਂ ਨੂੰ ਅਸੀਂ ਢੰਡਾਰੀ ਵਿਖੇ BSUP ਕਾਰਪੋਰੇਸ਼ਨ ਸਕੀਮ ਹੈ, ਉਸ ਅਧੀਨ 2 ਕਮਰੇ, ਰਸੋਈ, ਬਾਥਰੂਮ, ਟੋਇਲਟ ਅਟੈਚ, ਉਹਨਾਂ ਨੂੰ ਢੰਡਾਰੀ ਸ਼ਿਫਟ ਕੀਤਾ ਜਾ ਰਿਹਾ। ਉਦੋਂ ਤੁਸੀਂ ਦੇਖ ਸਕਦੇ ਹੋ ਕਿ ਉਹਦਾ ਕੰਮ ਵੀ ਚਾਲੂ ਹੋ ਗਿਆ, ਕਾਫੀ ਜਿਹੜਾ ਰਹਿੰਦਾ ਸੀਗਾ, ਤੇ ਉਹ ਤਕਰੀਬਨ ਜਿਹੜੇ ਲੋਕ ਨੇ ਸਾਡੇ ਕੋਲ ਪ੍ਰਵਾਨ ਆ ਰਹੇ ਨੇ, ਅਸੀਂ ਉਹਨੂੰ ਸ਼ਿਫਟ ਕਰਾਵਾਂਗੇ। ਬੇਸਿਕਲੀ ਉਹ ਲੋਕ ਨੇ ਕੁਛ ਜਿਹੜੇ
ਜਿਨ੍ਹਾਂ ਦੇ ਆਪਣੇ 15 20 25 ਕਮਰੇ ਕਿਰਾਏ ਤੇ ਦਿੱਤੇ ਹੋਏ ਨੇ, ਉਹਨਾਂ ਨੂੰ 40 ਤੋਂ 50,000 ਰੁਪਇਆ ਉਹਨਾਂ ਨੂੰ ਕਿਰਾਏ ਦੀ ਇਨਕਮ ਆ। ਉਹਨਾਂ ਨੇ ਸ਼ਿਕਾਇਤ ਨਹੀਂ ਕੀਤੀ, ਜਿਹੜੇ ਉੱਥੇ ਕਿਰਾਏ ਤੇ ਰਹਿ ਰਹੇ ਨੇ ਜਾਂ ਜਿਨ੍ਹਾਂ ਦੀ ਝੌਂਪੜੀਆਂ ਨੇ, ਸ਼ਿਕਾਇਤ ਉਹ ਕਰ ਰਹੇ ਨੇ। ਪਹਿਲੀ ਗੱਲ ਤਾਂ ਤੁਸੀਂ ਇਹ ਕਲੀਅਰ ਕਰੋ ਕਿ ਲੋਕਡਾਊਨ ਦੇ ਦੌਰਾਨ ਇੱਕ ਵਾਰ ਵੀ ਉੱਥੇ ਰਾਸ਼ਨ ਗਏ? ਬਿਲਕੁਲ ਜੀ ਬਿਲਕੁਲ। ਤੁਸੀਂ ਮੇਰੀ ਫੇਸਬੁੱਕ ਆਈਡੀ ਤੇ, ਠੀਕ ਹੈ, ਔਨ ਰਿਕਾਰਡ ਮੈਂ ਗੱਲ ਕਰਾਂਗਾ, ਕੋਈ ਰਿਕਾਰਡ ਤੋਂ ਬਾਹਰ ਨਹੀਂ ਕਰਾਂਗਾ। ਜਿਹੜੀ ਰਾਸ਼ਨ ਦੀ ਗੱਲ ਆ, ਰਾਜੀਵ ਗਾਂਧੀ ਕਲੋਨੀ ਦੀ ਜਿਹੜੀ ਆਬਾਦੀ ਆ ਉਹ ਘੱਟ ਤੋਂ ਘੱਟ 40 ਤੋਂ 50,000 ਆ, ਕੱਲੀ ਰਾਜੀਵ ਗਾਂਧੀ ਕਲੋਨੀ ਦੀ ਆਬਾਦੀ। ਟੋਟਲ ਜਿਹੜਾ ਮੇਰੇ ਵਾਰਡ ਆ, ਬਾਕੀ ਜਿਵੇਂ 10,000 ਤੋਂ ਵੱਧ ਪਰਸਨ ਇੱਧਰਲੇ ਇਲਾਕਿਆਂ ਦੇ ਨੇ। ਤਕਰੀਬਨ ਪਹਿਲੇ ਦਿਨ ਤੋਂ, ਜਦੋਂ ਤੋਂ ਲੋਕਡਾਊਨ ਸ਼ੁਰੂ ਹੋਇਆ, ਅਸੀਂ ਪਹਿਲੇ ਦਿਨ ਤੋਂ ਪਹਿਲੇ ਲੰਗਰ ਦੀ ਸੇਵਾ ਚੱਲਦੀ ਰਹੀ ਡੇਲੀ। 10 ਤੋਂ 15,000 20,000 ਜਿੰਨਾ ਸਾਡੇ ਤੋਂ ਹੋ ਸਕਿਆ ਆਪਣੇ ਸਾਥੀਆਂ ਦਾ ਸਹਿਯੋਗ ਨਾਲ ਅਸੀਂ ਉਹ ਵੰਡਦੇ ਰਹੇ। ਦੂਸਰਾ, ਉਸ ਤੋਂ ਬਾਅਦ ਰਾਸ਼ਨ ਦੀ ਗੱਲ ਜਦੋਂ ਆ ਜਾਵੇ, ਸਾਨੂੰ ਸਰਕਾਰ ਵੱਲੋਂ ਜਿਹੜੀ ਕੈਪਟਨ ਸਾਹਿਬ ਦੀ ਕਿੱਟ ਸੀਗੀ ਉਹ 200 ਬੋਰੀ ਮਿਲੀ। ਉਸ ਤੋਂ ਇਲਾਵਾ 300 ਕਿੱਟ ਸਾਨੂੰ ਇੱਕ ਹੋਰ ਮਿਲੀ, MLA ਸਾਹਿਬ ਨੇ ਉਹ ਸਾਨੂੰ ਦਵਾਈ। ਟੋਟਲ 500 ਕਿੱਟ ਸਾਨੂੰ ਮਿਲੀ ਸਰਕਾਰ ਵੱਲੋਂ। ਉਸ ਤੋਂ ਇਲਾਵਾ 1200 ਪਰਿਵਾਰਾਂ ਨੂੰ, ਜਿਹੜਾ ਅਸੀਂ ਖੁਦ ਆਪਣੇ ਸਾਥੀਆਂ ਦੇ ਸਹਿਯੋਗ ਨਾਲ, MLA ਸਾਹਿਬ ਦੇ ਸਹਿਯੋਗ ਨਾਲ, ਟੋਟਲ 1700 ਪਰਿਵਾਰਾਂ ਨੂੰ, ਪਰ ਪਰਸਨ ਨਹੀਂ, 1700 ਪਰਿਵਾਰਾਂ ਨੂੰ ਜਿਨੇ ਸਾਡੇ ਕੋਲ ਆ ਕੇ ਡਿਮਾਂਡ ਕੀਤੀ, ਅਸੀਂ ਲਿਖਿਆ, ਉਹਨੂੰ ਦਿੱਤਾ। ਬੇਸਿਕਲੀ ਇੱਥੇ 50,000 ਦੀ ਆਬਾਦੀ ਹੈ ਤੇ ਘਰ ਘਰ ਜੇ ਅਸੀਂ ਰਾਸ਼ਨ ਸਵੇਰ ਤੋਂ ਦੇਣ ਲੱਗ ਪਏ, ਚਾਹੇ ਇੱਥੇ 10 ਟਰੱਕ ਹੋ ਲਈ, ਉਹ ਵੀ ਘੱਟ ਪੈ ਜਾਂਦੇ ਨੇ। ਜਿੰਨੇ ਸਾਡੇ ਕੋਲ ਡਿਮਾਂਡ ਕੀਤੀ ਆ ਕੇ, ਉਹਨਾਂ ਨੂੰ ਤਕਰੀਬਨ ਜੇ 100% ਨਹੀਂ ਤਾਂ 80 ਤੋਂ 90% ਲੋਕਾਂ ਦੇ ਘਰ ਰਾਸ਼ਨ ਪਹੁੰਚਾਇਆ। ਇਸੇ ਕਲੋਨੀ ਦੇ ਉਹ ਕਿਹੜੇ ਲੋਕ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਕੇ ਆਏ ਆ? ਉਹ ਇੰਨੇ ਸਾਲਾਂ ਤੋਂ ਇੱਥੇ ਹੀ ਰਹਿ ਰਹੇ ਨੇ ਤੇ ਕਹਿੰਦੇ ਕਿ ਇੱਕ ਵਾਰ ਵੀ ਰਾਸ਼ਨ, ਜਦੋਂ ਅਸੀਂ ਕਹਿੰਦੇ ਕਿ ਰਾਜੀਵ ਮਾਫ ਕਰਨਾ, ਤੁਹਾਡੇ ਕੋਲ ਜਦੋਂ ਵੀ ਜਿੰਨੇ ਵੀ ਉੱਥੇ ਲੋਕ ਨੇ, ਉਹ ਕਹਿੰਦੇ ਜਦੋਂ ਵੀ ਅਸੀਂ ਗੌਰਵ ਜੀ ਕੋਲ ਜਾਂਦੇ ਸੀ ਕਿ ਸਾਨੂੰ ਰਾਸ਼ਨ ਦੇ ਦਿਓ, ਇੱਕ ਵਾਰ ਵੀ ਨਹੀਂ ਮਿਲਿਆ, ਤੇ ਉਹ ਕਹਿੰਦੇ ਸੀ ਥਾਣੇ ਜਾਓ। ਮੈਂ ਜਿਹੜੇ ਥਾਣੇ ਵਾਲਾ ਸਿਸਟਮ ਹੈ ਜੀ, ਉਹ ਹੁਣ ਲਾਸਟ ਸਟੇਜ ਤੇ ਆ ਕੇ ਸ਼ੁਰੂ ਹੋਇਆ ਕਿ 1905 ਜਦੋਂ ਸ਼ੁਰੂ ਕੀਤੀ ਥਾਣੇ ਤੋਂ ਰਾਸ਼ਨ ਮਿਲਿਆ। ਇਹ ਤਾਂ ਸਿਰਫ ਲਾਸਟ ਸਟੇਜ ਤੇ ਹੈ। ਹੁਣ ਸਭ ਮਹੀਨੇ 15-20 ਦਿਨ ਤੋਂ, ਮਹੀਨੇ ਤੋਂ, ਜਦੋਂ ਸਟਾਰਟਿੰਗ ਲੋਕਡਾਊਨ ਹੋਇਆ, ਮਹੀਨਾ ਡੇਢ ਮਹੀਨਾ, ਤੁਸੀਂ ਇਹ ਔਨ ਰਿਕਾਰਡ ਜਿਹੜੀ ਮੈਂ ਟੋਟਲ ਮੇਰੀ ਫੇਸਬੁੱਕ ਤੇ ਵੀ ਅਪਲੋਡ ਨੇ, ਸਾਰੇ ਰਾਸ਼ਨ ਵੰਡਦੇ ਦੀਆਂ, ਕੱਲੇ ਪਰਿਵਾਰ ਨੂੰ ਰਾਸ਼ਨ ਦਿੰਦੇ ਦੀ ਆ। ਘੱਟ ਤੋਂ ਘੱਟ, ਚਲੋ ਜ਼ਿਆਦਾ ਨਹੀਂ ਮੈਂ ਕਹਿੰਦਾ, ਤੇ 1000 ਤੋਂ ਉੱਪਰ ਪਰਿਵਾਰ ਰਾਜੀਵ ਗਾਂਧੀ ਕਲੋਨੀ ਦਾ, ਜਿਨ੍ਹਾਂ ਨੂੰ ਮੈਂ, ਕਿਉਂਕਿ ਉੱਥੇ ਜਾ ਕੇ ਵੰਡਣਾ ਪੋਸੀਬਲ ਨਹੀਂ ਹੈਗਾ, ਕਿਉਂਕਿ ਆਬਾਦੀ ਉੱਦਾਂ ਦੀ ਤੁਸੀਂ ਦੇਖ ਸਕਦੇ ਹੋ ਕਾਫੀ ਕੰਜਸਟਡ ਆ। ਤੇ ਫਿਰ ਜਿਨ੍ਹਾਂ ਕੋਲ ਪਹੁੰਚਿਆ ਹੀ ਨਹੀਂ, ਉਹਨਾਂ ਤੱਕ ਪਹੁੰਚਣਾ ਜ਼ਰੂਰੀ ਨਹੀਂ ਸਮਝਿਆ ਤੁਸੀਂ? ਨਹੀਂ, ਬਿਲਕੁਲ ਜੀ, ਜਿਨ੍ਹਾਂ ਤੱਕ ਰਾਸ਼ਨ ਨਹੀਂ ਪਹੁੰਚਿਆ ਉਹਨਾਂ ਕੋਲ ਬਣਿਆ ਖਾਣਾ ਜ਼ਰੂਰ ਪਹੁੰਚਦਾ ਰਿਹਾ, ਕਿਉਂਕਿ ਤੁਸੀਂ ਦਿਨ 'ਚ ਇੱਕ ਵਾਰ? ਹਾਂਜੀ, ਇੱਕ ਵਾਰ ਵੀ, 2 ਵਾਰ ਵੀ, ਠੀਕ ਹੈ, ਕਿਉਂਕਿ ਅਸੀਂ ਸਾਰਾ ਕੁਝ, ਇੱਕ ਹੁੰਦਾ ਕਿ ਸਰਕਾਰ ਨੇ ਜਾਂ ਮੰਨ ਲਓ ਸਾਨੂੰ ਇੰਨੇ 50,000 ਬੰਦੇ ਨੇ, ਅਸੀਂ ਡਿਮਾਂਡ ਪਾਈ ਸੀਗੀ। ਮੈਂ ਲੋਕ ਬੜੀ ਉਮੀਦਾਂ ਦੇ ਨਾਲ ਵੋਟਾਂ ਪਾਉਂਦੇ ਨੇ ਸਰ। ਕਾਉਂਸਲਰ ਚੁਣਨਾ ਵੀ ਬੜਾ ਵੱਡਾ ਇੱਕ, ਜੇ ਕਿਸੇ ਨੇ ਰਿਸਪੌਂਸਿਬਿਲਿਟੀ ਲਈ ਹੈ ਤੁਹਾਨੂੰ ਵੋਟ ਪਾਉਣ ਦੀ, ਤੁਹਾਡਾ ਫਰਜ਼ ਬਣਦਾ ਹੈ। ਤੁਸੀਂ ਕਹਿ ਰਹੇ ਹੋ ਕਿ ਸਿਰਫ 1000 ਲੋਕਾਂ ਤੱਕ ਪਹੁੰਚਾਇਆ ਹੈ, ਬਾਕੀ ਦੇ 9000 ਕਿੱਥੇ ਜਾਣ? ਮੈਂ ਦੱਸਣ ਲੱਗਾ ਜੀ, ਮੈਂ DC ਸਾਹਿਬ ਕੋਲ ਡਿਮਾਂਡ ਕੀਤੀ ਸੀ 15,000 ਪਰਿਵਾਰਾਂ ਦੀ, ਘੱਟ ਤੋਂ ਘੱਟ 15,000 ਪਰਿਵਾਰਾਂ ਨੂੰ ਇੱਥੇ ਰਾਸ਼ਨ ਦਿੱਤਾ ਜਾਵੇ, ਠੀਕ ਹੈ ਜੀ, ਜਿੰਦੇ ਵਿੱਚੋਂ ਸਾਨੂੰ ਇੱਕ 500% ਦਾ ਸਰਕਾਰ ਵੱਲੋਂ ਰਾਸ਼ਨ ਆਇਆ, ਕੁਝ 1200% ਦਾ ਹੋਰ, 16-1700% ਜਿਨ ਕੋ ਅਸੀਂ ਰਾਸ਼ਨ ਵੰਡਿਆ ਆਪਣੇ ਪਰਸਨਲ ਜੇਬਾਂ ਚੋਂ, ਚਾਹੇ ਲੰਗਰ ਦੀ ਪ੍ਰਥਾ ਲਾ ਲਓ, ਕੁਛ ਲਾ ਲਓ। ਤਕਰੀਬਨ 18 ਤੋਂ 20 ਲੱਖ ਰੁਪਇਆ ਅਸੀਂ ਆਪਣੇ ਯਾਰਾਂ ਦੋਸਤਾਂ ਦੀ ਮਦਦ, ਮੇਰੇ ਵਾਰਡ ਵਾਸੀ ਕਾਫੀ ਇਹੋ ਜਿਹੇ 50-60 ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਕੋ ਮੈਂ ਰਾਸ਼ਨ ਦੇ ਰੂਪ ਚ ਮਦਦ ਲਿੱਤੀ। ਕਿੰਨੀ ਰਾਸ਼ੀ ਕਿੰਨੀ ਦੱਸੀ ਤੁਸੀਂ? ਤਕਰੀਬਨ ਸਾਡਾ ਜਿਹੜਾ ਲੰਗਰ ਦੇ ਵਿੱਚ ਤੇ ਜਿਹੜਾ ਇਹਦੇ ਵਿੱਚ ਆਪਣਾ ਰਾਸ਼ਨ ਦੇ ਵਿੱਚ ਸਾਡਾ 18 ਤੋਂ 20 ਲੱਖ ਰੁਪਏ ਜਿਹੜਾ ਪਰਸਨਲ ਖਰਚਾ ਆਇਆ ਉਹਦੇ ਵਿੱਚ। 18 ਤੋਂ 20 ਲੱਖ ਦਾ ਖਰਚਾ ਆ ਗਿਆ ਤੇ ਲੋਕ ਤਾਂ ਵੀ ਰੋ ਰਹੇ ਨੇ। ਨਹੀਂ, ਤੁਸੀਂ ਇਹ ਦੇਖੋ ਨਾ, ਇੱਥੇ ਜਿਹੜੀ ਆਬਾਦੀ ਹੈ 1 ਲੱਖ ਰੁਪਏ, ਸਪੋਜ਼ ਕਰੋ ਅਸੀਂ 100 ਬੰਦੇ ਨੂੰ ਰਾਸ਼ਨ ਵੰਡਦੇ ਆ, 100 ਬੰਦੇ ਨੂੰ 50 ਤੋਂ 60,000 ਰੁਪਏ ਦਾ ਰਾਸ਼ਨ ਜਾਂਦਾ, ਕਿਉਂਕਿ ਘੱਟ ਤੋਂ ਘੱਟ ਜਿਹੜੀ ਇੱਕ ਪੈਕਟ ਹੁੰਦਾ ਉਹ 500 ਤੋਂ 600 ਰੁਪਏ ਤੱਕ ਹੁੰਦਾ, ਮਿਨੀਮਮ 500 ਰੁਪਏ ਦਾ। 100 ਬੰਦੇ ਨੂੰ 500 ਰੁਪਏ ਦਾ ਰਾਸ਼ਨ ਚਲਾ ਗਿਆ, 50,000 ਰੁਪਏ ਦਾ। 50,000 ਰੁਪਏ ਦਾ ਅਸੀਂ ਜੇ ਡੇਲੀ ਵੀ ਰਾਸ਼ਨ ਵੰਡ ਰਹੇ ਸੀਗੇ ਤੇ ਉਹ ਕਿਤੋਂ ਕਿਤੋਂ ਅਸੀਂ ਅਰੇਂਜ ਕਰਕੇ ਵੰਡ ਰਹੇ ਸੀ। ਕੋਈ ਇਹ ਤਾਂ ਨਹੀਂ ਕਿ ਸਾਡੇ ਕੁਝ ਸਾਨੂੰ ਸਰਕਾਰ ਵੱਲੋਂ ਯਾਨੀ ਕਿ ਵੱਧ ਰਾਸ਼ਨ ਆ ਰਿਹਾ ਸੀ। ਰਾਸ਼ੀ ਬਹੁਤ ਵੱਡੀ ਦੱਸ ਦਿੱਤੀ, 18 ਤੋਂ 20 ਲੱਖ ਰੁਪਏ ਦੇ ਵਿੱਚ ਕਿੰਨੇ ਲੋਕਾਂ ਦਾ ਢਿੱਡ ਭਰਿਆ ਜਾ ਸਕਦਾ ਹੈ? ਤੁਸੀਂ ਮੈਡਮ ਹਿਸਾਬ ਲਗਾ ਕੇ ਦੇਖ ਲਓ, ਠੀਕ ਹੈ। ਜੇ ਆਪਾਂ ਸਪੋਜ਼ ਕਰੋ 1200 ਪਰਿਵਾਰਾਂ ਨੂੰ ਲਗਾਈਏ, ਠੀਕ ਹੈ, ਤੇ ਉਹਨੂੰ 500 ਤੋਂ 600 12 5 60 ਤਕਰੀਬਨ 6-7 ਲੱਖ ਤਾਂ ਇਹੀ ਹੋ ਗਿਆ, ਠੀਕ ਹੈ। ਤਕਰੀਬਨ ਅਸੀਂ 10 ਤੋਂ 15,000 ਪਰਿਵਾਰਾਂ ਨੂੰ, ਸਾਡਾ ਫਿਲਹਾਲ ਵੀ ਇੱਕ ਲੰਗਰ ਹਾਲ ਆ ਜਿੱਥੇ ਲੰਗਰ ਤਿਆਰ ਹੁੰਦਾ, ਠੀਕ ਹੈ। ਫਿਲਹਾਲ ਤਾਂ ਸਾਡਾ ਕਰੋਨਾ ਚਲੋ ਚੱਲ ਰਿਹਾ, ਵੈਸੇ ਵੀ ਸਾਡਾ
ਕਿਸੇ NGO ਦੇ ਅਸੀਂ ਸਾਰੇ ਮਿਲ ਕੇ ਕੁਝ ਇਹੋ ਜਿਹੀ ਥਾਂ ਤੇ, ਕਿਉਂਕਿ ਉਹ ਡਿਸਕਲੋਜ਼ ਆਪਾਂ ਨਹੀਂ ਕਰਦੇ ਕਿਉਂਕਿ ਮੀਡੀਆ 'ਚ ਨਹੀਂ ਲਿਆਈਦਾ, ਕਿ ਇਹੋ ਜਿਹੇ ਲੁਧਿਆਣੇ ਦੀ ਜਿੱਥੇ ਜ਼ਰੂਰਤਮੰਦ ਲੋਕ ਨੇ, ਸਾਡਾ ਤਾਂ ਕਾਫੀ ਦੇਰ ਦਾ ਲੰਗਰ ਚੱਲ ਰਿਹਾ, ਸਾਨੂੰ ਲੰਗਰ, ਸਾਡੀ ਤਾਂ ਪੱਕੀ ਪੇਡ ਲੇਡੀਜ਼ ਯਾਨੀ ਕਿ ਲੰਗਰ ਬਣਾਉਣ 'ਚ ਲੱਗੀਆਂ ਹੋਏ ਨੇ। ਅੱਜ ਵੀ ਤੁਹਾਨੂੰ ਮੈਂ ਦਿਖਾ ਸਕਦਾ ਹਾਂ, ਠੀਕ ਹੈ, ਕਿ ਜਿੱਥੇ ਲੰਗਰ ਬਣਦਾ ਤਕਰੀਬਨ 10 ਤੋਂ 15,000 ਬੰਦੇ ਦਾ ਸਾਡਾ ਲੰਗਰ ਬਣਦਾ ਰਿਹਾ, ਠੀਕ ਹੈ, ਡੇਲੀ ਜੋ ਕੁਝ ਸਾਡੇ ਕੋਲ ਹੋ ਸਕਿਆ। ਅਸੀਂ ਆਪਣੀ ਉਮੀਦ ਤੋਂ ਵੱਧ MLA ਸਾਹਿਬ ਦਾ ਸਹਿਯੋਗ ਨਾਲ ਜੋ ਸਰਕਾਰ ਕੋ ਹੈ, ਕਿਉਂਕਿ ਇਹ ਟਾਈਮ ਸੀਗਾ ਸ਼ੁਕਰੀਆ ਕਰਨ ਦਾ ਸਾਰਿਆਂ ਦਾ। ਮੈਂ ਆਪਣੇ ਯਾਰਾਂ ਦੋਸਤਾਂ, ਆਪਣੇ ਵਾਰਡ ਵਾਸੀ ਇਹੋ ਜਿਹੇ ਨੇ, ਮੈਂ ਕਾਫੀਆਂ ਨੂੰ ਫੋਨ ਕਰਕੇ ਕਿਸੇ ਕੋ ਆਟੇ ਦੀ ਮਦਦ, ਕਿਸੇ ਕੋ ਦਾਲ ਦੀ ਮਦਦ, ਕਿਸੇ ਕੋ ਚੌਲ ਦੀ ਮਦਦ, ਪੈਸੇ ਦੀ ਮਦਦ ਨੂੰ ਛੱਡ ਕੇ ਉਹਨੂੰ ਕਿਹਾ ਮੈਨੂੰ ਸਮਾਨ ਭੇਜੋ। ਮੈਨੂੰ ਕਾਫੀਆਂ ਨੇ, ਮੈਂ ਆਪਣੇ ਵਾਰਡ ਵਾਸੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਵੱਡਾ ਸਹਿਯੋਗ, ਮੈਨੂੰ ਇੰਨੀ ਉਮੀਦ ਨਹੀਂ ਸੀ ਕਿ ਇੰਨਾ ਵੱਡਾ ਅਸੀਂ ਕੰਮ ਸਾਂਭ ਜਾਵਾਂਗੇ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜਦੋਂ ਉਸ ਤੋਂ ਬਾਅਦ 1905 ਤੇ ਜਦੋਂ ਰਾਸ਼ਨ ਸ਼ੁਰੂ ਹੋਇਆ, ਮੈਨੂੰ ਲੱਗਦਾ ਘੱਟ ਤੋਂ ਘੱਟ ਕੋਈ ਐਸਾ ਪਰਿਵਾਰ ਨਹੀਂ ਹੋਣਾ ਜਿਹਨੂੰ ਰਾਸ਼ਨ ਨਹੀਂ ਮਿਲਿਆ ਹੋਣਾ। ਤੁਸੀਂ 1905 ਦੀ ਮੈਂ ਤੁਹਾਨੂੰ ਡਿਟੇਲ ਕਰਾ ਦਾਂਗਾ, ਘੱਟ ਤੋਂ ਘੱਟ 5 ਤੋਂ 10,000 ਬੰਦੇ ਨੂੰ ਤਾਂ ਉਹਨਾਂ ਨੇ ਰਾਸ਼ਨ ਦੇ ਦਿੱਤਾ ਹੋਣਾ ਜਿਹੜਾ ਇਸ ਏਰੀਏ ਦੇ ਵਿੱਚ। ਤੇ ਰਾਸ਼ਨ ਦੀ ਦਿੱਕਤ ਨਹੀਂ ਇੱਥੇ ਆ ਸਕਦੀ। ਲੋਕਾਂ ਕੋਲ ਅਸੀਂ ਗਏ ਆ, ਫਿਰ ਕੋਈ ਇੱਕ ਵਿਅਕਤੀ ਤਾਂ ਕਹਿੰਦਾ ਕਿ ਹਾਂ ਸਾਡੇ ਕੌਂਸਲਰ ਨੇ ਰਾਸ਼ਨ ਦਿੱਤਾ ਹੈ, ਸਾਰੇ ਹੀ ਕਹਿ ਰਹੇ ਨੇ ਨਹੀਂ ਦਿੱਤਾ। ਨਹੀਂ, ਮੈਂ ਤੁਹਾਨੂੰ ਦੱਸਾਂ, ਮੈਂ ਨਾ ਔਨ ਰਿਕਾਰਡ ਗੱਲ ਕਰ ਸਕਦਾ, ਮੈਂ ਤੁਹਾਨੂੰ ਪੂਰੀ ਡਿਟੇਲ ਦੇ ਸਕਦਾ ਜਿਨ੍ਹਾਂ ਨੂੰ ਪਹੁੰਚਿਆ, ਕਿਉਂਕਿ ਤੁਸੀਂ ਆ ਵੀ ਠੀਕ ਹੈ, ਤੁਸੀਂ ਕਹਿ ਰਹੇ ਹੋ ਲੋਕ ਕਹਿ ਰਹੇ ਨੇ ਰਾਸ਼ਨ ਨਹੀਂ ਵੰਡਿਆ, ਤੁਸੀਂ ਕਹਿ ਰਹੇ ਹੋ ਵੰਡਿਆ, ਸਾਨੂੰ ਨਹੀਂ ਸਮਝ ਆ ਰਹੀ ਕਿ ਸੱਚ ਕੀ ਹੈ। ਦੂਸਰੀ ਗੱਲ ਜਿਹੜੀ ਇਹ ਕਿ ਤੁਸੀਂ ਕਿ ਉਹਨਾਂ ਦੇ ਝੁੱਗੀਆਂ ਚੌਂਪੜੀਆਂ ਇਸ ਕਰਕੇ ਢਾਈਆਂ ਜਾ ਰਹੀਆਂ ਨੇ, ਉਹਨਾਂ ਨੂੰ ਇੱਕ ਚੰਗੀ ਜਗ੍ਹਾ ਦੇਣਾ ਚਾਹੁੰਦੇ ਆ ਰਹਿਣ ਦੀ, ਫਲੈਟਸ ਦੀ ਗੱਲ ਕਰ ਰਹੇ ਹੋ। ਲੋਕ ਕਹਿ ਰਹੇ ਨੇ ਕਿ ਤੁਸੀਂ ਕਹਿ ਰਹੇ ਹੋ ਫਲੈਟਸ ਤੁਸੀਂ ਆਪਣੇ ਬੇਸਿਸ ਤੇ ਅਰੇਂਜ ਕਰਨੇ, ਆਪਣੀ ਜਿਹੜੀ ਝੁੱਗੀਆਂ ਛੱਡ ਕੇ ਰਹਿਣ ਦੀ ਜਗ੍ਹਾ ਵੈ ਕੋਈ ਹੋਰ ਥਾਂ ਵੈ ਉਹ ਆਪਣੇ ਬੇਸਿਸ ਤੇ ਅਰੇਂਜ ਕਰਨੀ। ਨਾ ਇਦਾਂ ਦਾ ਕੁਝ ਨਹੀਂ। ਅਸੀਂ ਤਾਂ ਜਿਹੜੀ ਸਰਕਾਰ ਦੀ ਪਾਲਿਸੀ ਆ ਅਸੀਂ ਉਸ ਹਿਸਾਬ ਨਾਲ ਚੱਲਣਾ। ਸਰਕਾਰ ਦੀ ਇੱਕ ਪਾਲਿਸੀ ਆ BUSP ਅਧੀਨ, ਉਹਦੇ ਮੈਂ ਤੁਹਾਨੂੰ ਦਿਖਾ ਸਕਦਾ ਵਾਂ ਉਹਦੇ ਫਾਰਮ ਵੀ, ਕਿ ਜਿਸ ਅਧੀਨ ਇਹਨਾਂ ਨੂੰ ਸ਼ਿਫਟ ਕੀਤਾ ਜਾਏਗਾ। ਜਿਵੇਂ ਪਹਿਲੇ ਖੋਖਾ ਮਾਰਕੀਟ ਨੂੰ ਸ਼ਿਫਟ ਕੀਤਾ ਗਿਆ 33 ਫੁੱਟਾ, ਇੱਥੋਂ 36 ਝੁੱਗੀਆਂ ਨੂੰ ਸ਼ਿਫਟ ਕੀਤਾ ਗਿਆ ਗੈਸਪੁਰਾ, ਉਹ 36 ਝੁੱਗੀਆਂ ਨੂੰ ਉਹ ਵੀ ਅਸੀਂ ਕਰਾਇਆ। ਫਿਰ ਹੁਣ ਅਸੀਂ ਤਕਰੀਬਨ ਸਾਰਿਆਂ ਦਾ ਫਾਰਮ ਫਿਲ ਕਰਾ ਰਹੇ ਹਾਂ, ਉਹਨਾਂ ਨੂੰ ਪਹਿਲਾਂ ਉੱਥੇ ਰਹਿਣ ਦੀ ਜਗ੍ਹਾ ਦਿੱਤੀ ਜਾਊਗੀ। ਜਿਹੜੇ ਸਾਈਨ ਤੁਸੀਂ ਕਰਾ ਰਹੇ ਹੋ ਲੋਕਾਂ ਤੇ ਉਹ ਵੀ ਧੱਕੇ ਨਾਲ ਕਰਵਾ ਰਹੇ ਹੋ, ਇਹ ਵੀ ਇਲਜ਼ਾਮ ਹੈ ਤੁਹਾਡੇ ਤੇ। ਮੈਨੂੰ ਇਹ ਦੱਸੋ, ਜੇ ਮੈਂ ਤਾਂ ਕਿਸੇ ਦੇ ਘਰ ਗਿਆ ਹਾਂ, ਠੀਕ ਹੈ, ਕਿ ਮੈਨੂੰ ਇੱਥੇ ਸਾਈਨ ਕਰੋ ਜੀ ਫਟਾਫਟ, ਫਿਰ ਤਾਂ ਮੈਂ ਕਸੂਰਵਾਰ ਹਾਂ, ਠੀਕ ਹੈ, ਜਾਂ ਮੈਂ ਕਿਸੇ ਨੂੰ ਫੋਨ ਕਰਕੇ ਬੁਲਾਇਆ ਹੋਵੇ ਧੱਕੇ ਨਾਲ ਬਈ ਆ ਕੇ ਫਾਰਮ ਭਰ। ਫਿਰ ਇੱਕ ਛੋਟੀ ਜਿਹੀ ਹਿਊਮਨ ਨੇਚਰ ਦੀ ਗੱਲ ਕਰਦੇ ਹਾਂ, ਜੇ ਕਿਸੇ ਵਿਅਕਤੀ ਦੀ ਐਡੀ ਮਦਦ ਹੋ ਗਈ, 18 ਤੋਂ 20 ਲੱਖ ਰੁਪਏ ਲੱਗ ਗਿਆ ਲੋਕਾਂ ਨੂੰ ਰੋਟੀ ਪਹੁੰਚਾਉਣ ਦੇ ਵਿੱਚ, ਲੋਕਾਂ ਨੂੰ ਤੁਸੀਂ 2 BHK ਫਲੈਟਸ ਦੇ ਰਹੇ ਹੋ ਝੁੱਗੀਆਂ ਤੋਂ ਕੱਢ ਕੇ, ਇਹ ਤਾਂ ਬੜੀ ਚੰਗੀ ਗੱਲ ਹੈ। ਤੁਹਾਡੇ ਤਾਂ ਗੁਣ ਗਾਣੇ ਚਾਹੀਦੇ ਨੇ, ਲੋਕ ਤਾਂ ਵੀ ਗਾਲਾਂ ਕੱਢ ਰਹੇ ਨੇ। ਮੈਂ ਦੱਸਣ ਲੱਗਾ ਜੀ, ਮੈਨੂੰ ਜਿਹੜਾ, ਕਿਉਂਕਿ ਨਾ ਜਿਹੜੀ ਅਸੀਂ ਜਿਸ ਲਾਈਨ 'ਚ ਆ, ਇੱਕ ਨਾ ਪੋਲੀਟੀਕਲ ਲਾਈਨ ਇੱਦਾਂ ਦੀ ਆ, ਕਿਉਂਕਿ ਜਦੋਂ ਅਸੀਂ ਇਸ ਲਾਈਨ 'ਚ ਪਏ ਸੀ ਨਾ, ਉਦੋਂ ਸਿਰਫ ਨਾ ਅਸੀਂ ਕਹਿੰਦੇ ਆ ਕਿ ਕੋਈ ਵੀ ਪੋਲੀਟੀਕਲ ਬੰਦਾ, ਤੁਸੀਂ ਅੱਜ ਦੀ ਡੇਟ 'ਚ ਵੀ ਦੇਖ ਲਓ, ਮੈਂ ਨਹੀਂ ਹੈ ਕਹਿੰਦਾ ਮੈਂ ਕੀਤਾ, MLA ਸੰਜੇ ਤਲਵਾਰ ਜੀ ਸਾਡੇ ਬੌਸ ਨੇ, ਠੀਕ ਹੈ, MP ਰਵਨੀਤ ਸਿੰਘ ਬਿੱਟੂ, ਜਿੰਨੇ ਵੀ ਪੋਲੀਟੀਕਲ ਪਾਰਟੀ ਜਿੰਨਾ ਕੋ ਜੋ ਹੋ ਸਕਾ ਉਹਨੇ ਕੀਤਾ। ਲੇਕਿਨ ਇੱਕ ਲਾਈਨ ਇੱਦਾਂ ਦੀ ਹੈ ਜੀ, ਜਿੰਨਾ ਮਰਜ਼ੀ ਕਰ ਲਓ, ਆਊਟਪੁੱਟ ਇਨਪੁੱਟ ਘੱਟ ਰਹੀ, ਉਹ ਪੈਂਦੀ ਇਲੈਕਸ਼ਨਾਂ ਦੇ ਵਿੱਚ। ਤੁਸੀਂ ਇਹ ਦੇਖੋ ਲੋਕਾਂ ਦਾ ਜਿਹੜਾ ਪਿਆਰ ਆ, ਇੱਥੇ ਜਿੰਨੇ ਕੈਂਡੀਡੇਟ ਖੜੇ ਸੀਗੇ ਉਹ ਸਾਰਿਆਂ ਦੇ ਜ਼ਮਾਨਤਾਂ ਜ਼ਬਤ ਹੋਈਆਂ, ਠੀਕ ਹੈ ਜੀ। 2517 ਵੋਟਾਂ ਨਾਲ ਸਾਨੂੰ ਜਿਤਾਇਆ, ਪਹਿਲੀ ਵਾਰੀ ਖੜੇ ਲੁਧਿਆਣੇ 'ਚ, ਸਭ ਤੋਂ ਯੰਗੈਸਟ ਸਾਨੂੰ ਕੌਂਸਲਰ ਬਣਾਇਆ। ਇਹ ਲੋਕਾਂ ਦਾ ਪਿਆਰ ਹੀ ਹੈ ਜੀ। ਰਹੀ ਗੱਲ ਅਸੀਂ ਜਿਹੜੇ ਬੋਲ ਰਹੇ ਨੇ, ਜੇ ਅਸੀਂ 10-20 ਬੰਦੇ ਖੜੇ ਕਰਕੇ ਜਿਹਨੂੰ ਮਰਜ਼ੀ ਕਹਿ ਦਈਏ ਵੀ ਇਹਦੇ ਖਿਲਾਫ ਬੋਲ, ਉਹ ਬੋਲ ਦੇਣਗੇ, ਲੇਕਿਨ ਉਹਦੇ ਵਰਗਾ ਕੋਈ ਕੰਮ ਤਾਂ ਕਰਕੇ ਦੱਸੇ। ਤੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਕੌਂਸਲਰ ਬਣਾਇਆ ਹੈ, ਉਹ ਇਹਨਾਂ ਤੇ ਇਲਜ਼ਾਮ ਲਗਾ ਰਹੇ ਨੇ ਕਿ ਲੋਕਾਂ ਦੀ ਮਦਦ ਨਹੀਂ ਕੀਤੀ ਜਾ ਰਹੀ, ਤੇ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਲੈ ਕੇ ਇਹ ਜਿੱਤ ਕੇ ਕੌਂਸਲਰ ਬਣੇ ਨੇ, ਇਹ ਉਹਨਾਂ ਲੋਕਾਂ ਤੇ ਇਲਜ਼ਾਮ ਲਗਾ ਰਹੇ ਨੇ ਕਿ ਲੋਕ ਝੂਠ ਬੋਲ ਰਹੇ ਨੇ, ਲੋਕਾਂ ਦੀ ਮਦਦ ਇਸ ਲੋਕਡਾਊਨ ਜਾਂ ਕਰਫਿਊ ਦੇ ਦੌਰਾਨ ਹੋਈ ਹੈ, ਰਾਸ਼ਨ ਗਿਆ ਹੈ, ਤੇ ਉਹਨਾਂ ਨੂੰ ਇੱਕ ਚੰਗੀ ਜ਼ਿੰਦਗੀ ਪ੍ਰਦਾਨ ਕਰਨ ਦੇ ਲਈ ਝੁੱਗੀਆਂ ਤੋਂ ਕੱਢ ਕੇ ਫਲੈਟਸ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਿੰਨੀ ਕੁ ਸੱਚ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਲਈ ਵਧੇਰੇ ਅਪਡੇਟਸ ਲਈ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।